ਅੱਜ ਦੀ ਤਰੀਕ ਵੀ ਤੁਸੀਂ ਇੱਥੋਂ ਪਾਕਿਸਤਾਨ ਦੀ ਸਾਈਡ ਤੇ ਦੇਖੋ, ਤੁਹਾਨੂੰ ਪਾਕਿਸਤਾਨ ਦੇ ਪਿੰਡ ਦਿਖਦੇ ਨੇ। ਆਹ ਵਾਲੇ ਕਾਰਨਰ ਦੇ ਵਿੱਚ ਉਹਨਾਂ ਦਾ ਲਾਹੌਰ ਦਾ 에ਅਰਪੋਰਟ ਦਿਖਦਾ। ਰਾਤ ਨੂੰ ਤੁਹਾਨੂੰ ਪਲੇਨ ਲੈਂਡ ਕਰਦੇ, ਟੇਕ ਆਫ ਕਰਦੇ ਦਿਖਦੇ ਨੇ। ਸਿੰਘ ਕਿਹਨੂੰ ਕਹਿੰਦੇ ਆ? ਉਹ ਕਹਿੰਦੇ ਸ਼ੇਰਾਂ ਨੂੰ। ਤੇ ਕਹਿੰਦੇ ਜਦੋਂ ਭੁੱਖੇ ਸ਼ੇਰ ਹੁਣ ਉਹਨਾਂ ਦਾ ਕੰਮ ਮਾਰ ਧਾੜ ਕਰਨਾ ਹੁੰਦਾ ਹੈ, ਤੇ ਕਹਿੰਦੇ ਵੀ ਇਸ ਕਰਕੇ ਅਸੀਂ ਖਜ਼ਾਨਾ ਲੋੜ ਸੀਗੀ, ਅਸੀਂ ਲੁੱਟ ਲਿਆ। ਉਹ ਲਾਜਵਾਬ ਹੋ ਗਏ ਮਹਾਰਾਜਾ ਰਣਜੀਤ ਸਿੰਘ। ਇਸ ਨੂੰ ਬਣਾਉਣ ਲਈ ਤਕਰੀਬਨ ਐਗਜ਼ੈਕਟਲੀ ਤੇ ਨਹੀਂ ਮੈਂ ਕਹਿ ਸਕਦਾ, ਫਿਰ ਵੀ ਲਗਭਗ ਕੋਈ 8 ਤੋਂ 10 ਸਾਲ ਲੱਗ ਗਏ ਸੀ ਇਹਨੂੰ ਕੰਪਲੀਟ ਹੋਣ ਦੇ ਵਿੱਚ। ਇਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਕੌਮ ਨੂੰ ਬਹੁਤ ਜ਼ਰੂਰਤ ਆ। ਮੇਰੀ ਜੇ ਕੋਈ ਜ਼ਿੰਦਗੀ ਬਕਾਇਆ ਇਹਨਾਂ ਨੂੰ ਲੱਗ ਜੇ, ਇਹਨਾਂ ਦੀ ਬਿਮਾਰੀ ਮੈਨੂੰ ਲੱਗ ਜੇ। ਇਤਿਹਾਸ ਮੁਤਾਬਕ ਉਸੇ ਤਰ੍ਹਾਂ ਹੀ ਹੋਇਆ ਜੀ। ਮਹਾਰਾਜਾ ਰਣਜੀਤ ਸਿੰਘ ਜਿਹੜੇ ਆ 7ਵੇਂ ਦਿਨ ਬਿਲਕੁਲ ਮੰਜੇ ਤੋਂ ਉੱਠ ਕੇ ਬੈਠ ਗਏ, ਤੇ ਜਿਹੜੇ ਸਰਦਾਰ ਨਿਹਾਲ ਸਿੰਘ ਸੀ ਉਹ ਹੌਲੀ ਹੌਲੀ ਬਿਮਾਰ ਪੈ ਗਏ। 7ਵੇਂ ਦਿਨ ਉਹ ਸੁਰਗਵਾਸ ਹੋ ਗਏ। ਮਹਾਰਾਜਾ ਰਣਜੀਤ ਸਿੰਘ ਬਿਲਕੁਲ ਠੀਕ ਠਾਕ ਹੋ ਗਏ। ਉਦੋਂ ਜਿਹੜੀ ਬਰਾਤ ਆਈ ਸੀ, ਇੱਕ ਪਾਸੇ ਲਾਹੌਰ ਤੋਂ ਚੱਲੀ ਹੋਈ ਸੀ ਬਰਾਤ, ਦੂਜੇ ਪਾਸੇ ਅਟਾਰੀ ਪਹੁੰਚੀ ਹੋਈ ਸੀ। ਇਹ ਜਿਹੜੇ ਸਰੋਵਰ ਵੀ ਬਣੇ ਸੀ ਨਾ, ਆਲਮੋਸਟ 4-5 ਕਿਲੋਮੀਟਰ ਦੇ ਰੇਡੀਅਸ 'ਚ ਬਣਾਏ ਹੋਏ ਸੀਗੇ, ਵੀ ਇੰਨੀ ਦੂਰ ਤੱਕ ਠਹਿਰਾਵ ਸੀਗਾ ਜੀ। ਕਵੀ ਕਾਦਰ ਯਾਰ ਖਾਂ ਲਿਖਦੇ ਨੇ, ਉਹਦੀ ਦਸਤਾਰ ਸੋਹਣੀ, ਗੁਫਤਾਰ ਸੋਹਣੀ, ਰਫਤਾਰ ਸੋਹਣੀ, ਕੀ ਕਹੀਏ ਕੁਝ ਨਹੀਂ ਕਹਿਣ ਵਾਲਾ, ਕਾਦਰ ਯਾਰ ਖਾਂ ਜਗ ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ। ਸਤਿ ਸ਼੍ਰੀ ਅਕਾਲ, ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਵੈਸੇ ਤਾਂ ਆਏ ਦਿਨ ਹੀ ਅਸੀਂ ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਨੂੰ ਬਹੁਤ ਸਾਰੇ ਇਤਿਹਾਸ ਦੀਆਂ ਇਮਾਰਤਾਂ, ਜੋ ਕਿ ਸਾਡਾ ਇਤਿਹਾਸ ਗਵਾਚਦਾ ਜਾ ਰਿਹਾ ਹੈ ਜਾਂ ਇਮਾਰਤਾਂ ਖੰਡਰ ਹੁੰਦੀਆਂ ਜਾ ਰਹੀਆਂ ਨੇ, ਆਏ ਦਿਨ ਹੀ ਦਿਖਾਉਂਦੇ ਹਾਂ। ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਅਟਾਰੀ ਵਿਖੇ, ਸ਼ਾਮ ਸਿੰਘ ਅਟਾਰੀ ਦੀ ਉਸ ਹਵੇਲੀ 'ਚੋਂ ਜੋ ਕਿ 230 ਸਾਲ ਪੁਰਾਣੀ ਹੈ। ਇਸ ਹਵੇਲੀ ਨੂੰ ਖੜਾ ਕਰਨ ਦੇ ਲਈ ਲਗਭਗ 10 ਸਾਲ ਲੱਗ ਗਏ ਸੀ। ਬਹੁਤ ਸਾਰੇ ਕਾਰੀਗਰਾਂ ਨੇ ਇਸ ਹਵੇਲੀ ਨੂੰ ਤਿਆਰ ਕੀਤਾ ਸੀ ਤੇ ਅੱਜ ਵੀ ਹਵੇਲੀ ਬਹੁਤ ਖੂਬਸੂਰਤ ਪਈ ਹੋਈ ਹੈ। ਭਾਵੇਂ ਕਿ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਥੋੜੇ ਬਦਲਾਅ ਜ਼ਰੂਰ ਹੋ ਜਾਂਦੇ ਨੇ, ਪਰ ਇਸ ਪਰਿਵਾਰ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਇਸ ਹਵੇਲੀ ਨੂੰ ਬਚਾਉਣ ਦੀ ਜਿਹੜੀ ਪਹਿਲ ਕੀਤੀ ਹੈ। ਸ਼ਾਮ ਸਿੰਘ ਅਟਾਰੀ ਵਾਲਾ ਦੀ ਜਿੱਥੇ ਅਸੀਂ ਜੀਵਨੀ ਬਿਆਨ ਕਰਾਂਗੇ, ਉੱਥੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕੰਵਰ ਨਿਹਾਲ ਸਿੰਘ ਹੁਣਾਂ ਦੀ ਬਰਾਤ ਵੀ ਇਸੇ ਹਵੇਲੀ ਵਿੱਚ ਆਈ ਸੀ, ਜੋ ਕਿ ਇਤਿਹਾਸ ਦੀ ਸਭ ਤੋਂ ਵੱਡੀ ਬਰਾਤ ਹੈ। ਆਓ ਫਿਰ ਇੱਕ ਵਾਰ ਤੁਹਾਨੂੰ ਪੂਰੀ ਹਵੇਲੀ ਘੁਮਾਉਂਦੇ ਹਾਂ ਤੇ ਨਾਲ ਦੀ ਨਾਲ ਇਸ ਦੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਵੀ ਹਾਸਲ ਕਰਾਂਗੇ। ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਇਤਿਹਾਸ ਵਿੱਚ ਚਮਕਦਾ ਸਿਤਾਰਾ ਹੈ। ਸੋ ਇਸੇ ਹੀ ਸਿਤਾਰੇ ਦੀ ਅੱਜ ਜੀਵਨੀ ਬਾਰੇ ਤੇ ਨਾਲ ਉਹਨਾਂ ਦੀ ਤੁਹਾਨੂੰ ਹਵੇਲੀ ਦਿਖਾਉਣ ਲਈ ਪਹੁੰਚੇ ਹੋਏ ਆ ਅਟਾਰੀ। ਸੋ ਅੱਜ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਦੌਰਾਨ 7ਵੀਂ ਪੀੜ੍ਹੀ ਵਿੱਚੋਂ ਹਰਪ੍ਰੀਤ ਸਿੰਘ ਸਿੱਧੂ ਹੁਣੀ ਮੌਜੂਦ ਹੈ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ ਬਿਲਕੁਲ ਠੀਕ ਹੈ, ਆਈ ਐਮ ਫਾਈਨ। ਅਸੀਂ ਦੇਖ ਰਹੇ ਹਾਂ ਕਿ ਬਹੁਤ ਖੂਬਸੂਰਤ ਹਵੇਲੀ ਬਣੀ ਹੋਈ ਸੀ, ਭਾਵੇਂ ਕਿ ਹਾਲੇ ਸਮਾਂ ਜਿਸ ਤਰ੍ਹਾਂ ਬੀਤਦਾ ਗਿਆ, ਇਸਨੇ ਆਪਣਾ ਜਿਹੜਾ ਖੰਡਰ ਦਾ ਰੂਪ ਧਾਰਨ ਕਰ ਲਿਆ ਸੀ, ਪਰ ਉਸਨੂੰ ਤੁਸੀਂ ਪਹਿਲੀ ਕੋਸ਼ਿਸ਼ ਤੁਸੀਂ ਬਚਾਉਣ ਦੀ ਕਰ ਰਹੇ ਹੋ। ਇਹ ਤੁਹਾਡਾ ਉਪਰਾਲਾ ਸ਼ਲਾਘਾਯੋਗ ਹੈ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਕਿਉਂਕਿ ਅਸੀਂ ਬਹੁਤ ਸਾਰੇ ਡੇਲੀ ਪੋਸਟ ਪੰਜਾਬੀ ਦੇ ਦਰਸ਼ਕਾਂ ਨੂੰ ਬਹੁਤ ਸਾਰੀਆਂ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਇਮਾਰਤਾਂ ਦਿਖਾ ਰਹੇ ਹਾਂ, ਜੋ ਆਪਣਾ ਇਤਿਹਾਸ ਦਰਸਾਉਂਦੀਆਂ ਨੇ। ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਇਮਾਰਤਾਂ ਇਵੇਂ ਦੀਆਂ ਮੌਜੂਦ ਨੇ, ਪਰ ਅੱਜ ਪਹਿਲੀ ਇਸ ਘਰ ਵਿੱਚ ਪਹੁੰਚਿਆ ਜਿਸ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਹੁਣ ਅਸੀਂ ਗੱਲ ਕਰ ਲੈਂਦੇ ਹਾਂ, ਇਹ 233 ਸਾਲ ਪੁਰਾਣੀ ਹਵੇਲੀ ਹੈ। ਇਸ ਨੂੰ ਬਣਾਉਣ ਦੇ ਲਈ ਕਿੰਨਾ ਕੁ ਸਮਾਂ ਲੱਗਾ ਸੀ? ਇਸ ਨੂੰ ਬਣਾਉਣ ਲਈ ਤਕਰੀਬਨ ਐਗਜ਼ੈਕਟਲੀ ਤੇ ਨਹੀਂ ਮੈਂ ਕਹਿ ਸਕਦਾ, ਫਿਰ ਵੀ ਲਗਭਗ ਕੋਈ 8 ਤੋਂ 10 ਸਾਲ ਲੱਗ ਗਏ ਸੀ ਇਹਨੂੰ ਕੰਪਲੀਟ ਹੋਣ ਦੇ ਵਿੱਚ। ਤੇ ਇਹ ਕੋਈ ਸਾਡੇ ਆਈਡੀਆ ਮੁਤਾਬਕ 1780 ਦੇ ਦ੍ਰਿਸ਼ ਵਿੱਚ ਸ਼ੁਰੂ ਹੋਈ ਆ, ਜਿਹੜੀ ਕਿ 1790 ਦੇ ਵਿੱਚ ਜਾ ਕੇ ਕੰਪਲੀਟ ਹੋ ਗਈ ਹੈ ਜੀ।
ਐਕਚੁਅਲੀ ਇੱਥੇ ਇਹ ਇਕੱਲੀ ਹਵੇਲੀ ਨਹੀਂ, ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਹਵੇਲੀ ਸੀਗੀ, ਉਹ ਅੱਜ ਡਿਮੋਲਿਸ਼ ਹੋ ਗਈ ਹੋਈ ਆ। ਉਹ ਇਹਦੇ ਤੋਂ ਵੀ 2 ਮੰਜ਼ਿਲ ਉੱਚੀ ਸੀਗੀ। ਇਹਦੇ ਨਾਲ ਹੋਰ ਵੀ ਇਹ ਪੁਰਾਣਾ ਕਿਲਾ ਸੀ। ਇਹ ਸਾਰਾ ਬੇਸਿਕਲੀ ਜਿਹੜਾ ਕਸਬਾ ਆ, ਇਹ ਇੱਕ ਪੂਰੇ ਵੱਡੇ ਕਿਲੇ ਦੇ ਵਿੱਚ ਹੀ ਸੀਗਾ ਜੀ। ਇਸ ਦਾ ਨਾਂ ਅਟਾਰੀ ਆ। ਅਟਾਰੀ ਦਾ ਮਤਲਬ ਉੱਚੀਆਂ ਇਮਾਰਤਾਂ ਨੂੰ ਅਟਾਰੀ ਕਿਹਾ ਜਾਂਦਾ ਹੈ ਜੀ। ਸੋ ਇਹ ਸਰਦਾਰ ਸ਼ਾਮ ਸਿੰਘ ਉਹਨਾਂ ਦੁਆਰਾ ਸਾਰਾ ਇਹ ਨਗਰ, ਉਹਨਾਂ ਦੁਆਰਾ ਤੇ ਉਹਨਾਂ ਦੇ ਫਾਦਰ ਦੁਆਰਾ ਇਹ ਵਸਾਇਆ ਗਿਆ ਸੀਗਾ ਜੀ। ਉਹਨਾਂ ਤੋਂ ਵੀ ਪਹਿਲਾਂ ਇੱਥੇ ਮਹੰਤਾਂ ਦੀ ਗੱਦੀ ਹੁੰਦੀ ਸੀਗੀ, ਜਿਹੜੀ ਕਿ ਇੱਕ ਮਹੰਤਾਂ ਦੀ ਗੱਦੀ ਸਾਡੇ ਲਾਗੇ ਪਿੰਡ ਨੇਸ਼ਟਾ, ਮੇਨ ਵੱਡੀ ਗੱਦੀ ਉਹਨਾਂ ਦੀ ਉੱਥੇ ਸੀਗੇ। ਉਸ ਤੋਂ ਬਾਅਦ ਮਹੰਤ ਇੱਥੇ ਆ ਕੇ ਬੈਠੇ। ਮਹੰਤਾਂ ਤੋਂ ਬਾਅਦ ਸਰਦਾਰਾਂ ਨੇ ਆ ਕੇ ਇਹ ਅਟਾਰੀ ਵਸਾਈ ਸੀਗੀ ਜੀ। ਜਿਸ ਤਰ੍ਹਾਂ ਤੁਸੀਂ ਅਟਾਰੀ ਦੀ ਗੱਲ ਕੀਤੀ, ਤੇ ਇਹ ਕਿੰਨੇ ਮੰਜ਼ਲਾ ਉੱਚੀ ਅਟਾਰੀ ਹੋਇਆ ਕਰਦੀ ਸੀ? ਅਟਾਰੀ ਇਹ ਜਿਹੜੀ ਜੀ ਕੋਈ 7-8 ਮੰਜ਼ਿਲ ਉੱਚੀ ਸੀਗੀ ਜੀ। 8 ਮੰਜ਼ਿਲਾਂ ਉੱਚੀ ਸੀ। ਅੱਜ ਦੀ ਤਰੀਕ 'ਚ ਵੀ ਤੁਸੀਂ ਇੱਥੋਂ ਪਾਕਿਸਤਾਨ ਦੀ ਸਾਈਡ ਤੇ ਦੇਖੋ, ਤੁਹਾਨੂੰ ਪਾਕਿਸਤਾਨ ਦੇ ਪਿੰਡ ਦਿਖਦੇ ਨੇ। ਆਵਲੇ ਕਾਰਨਰ ਦੇ ਵਿੱਚ ਉਹਨਾਂ ਦਾ ਲਾਹੌਰ ਦਾ 에ਅਰਪੋਰਟ ਦਿਖਦਾ। ਰਾਤ ਨੂੰ ਤੁਹਾਨੂੰ ਪਲੇਨ ਲੈਂਡ ਕਰਦੇ, ਟੇਕ ਆਫ ਕਰਦੇ ਦਿਖਦੇ ਨੇ। ਤੇ ਹੁਣ ਤੇ ਥੋੜਾ ਪੋਲੂਸ਼ਨ ਕਰਕੇ ਘੱਟ ਹੈ, ਨਹੀਂ ਤੇ ਇੱਥੋਂ ਦੇ ਅਸੀਂ ਆ ਦੂਰਬੀਨ ਦੇ ਨਾਲ ਉਹਨਾਂ ਦੇ ਪਿੰਡਾਂ ਦੇ ਲੋਕ ਤੁਰਦੇ ਫਿਰਦੇ ਸਾਨੂੰ ਦਿਖਦੇ ਹੁੰਦੇ ਸੀਗੇ ਜੀ। ਸੋ ਬਿਲਕੁਲ ਜੀ, ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਮੁਹੱਬਤ ਨੂੰ ਅਸੀਂ ਇੱਥੇ ਵੀ ਦੇਖ ਸਕਦੇ ਸੀ। ਸੋ ਜਿਸ ਤਰ੍ਹਾਂ ਸ਼ਾਮ ਸਿੰਘ ਅਟਾਰੀ ਹੁਣਾਂ ਦੇ ਹੁਣ ਜਨਮ ਦੀ ਗੱਲ ਕਰ ਲੈਂਦੇ ਕਿ ਉਹਨਾਂ ਦਾ ਜਨਮ ਤੇ ਤੁਹਾਡਾ ਪਿਛੋਕੜ ਜੈਸਲਮੇਰ ਤੋਂ ਆ। ਹਾਂਜੀ ਐਕਚੁਅਲੀ ਜੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ, ਉਹਨਾਂ ਦੇ ਜਿਹੜੇ ਦਾਦਾ ਜੀ ਸੀਗੇ, ਉਹ 2 ਬ੍ਰਦਰ, ਉਹਨਾਂ ਦਾ ਨਾਂ ਕੌਰਾ ਤੇ ਗੌਰਾ ਸੀਗਾ। ਬੇਸਿਕਲੀ ਜੈਸਲਮੇਰ ਤੋਂ ਬਿਲੋਂਗ ਕਰਦੇ ਸੀਗੇ ਅਸੀਂ। ਇਹ ਉੱਥੇ ਭਰਾਵਾਂ ਦੀਆਂ ਜਿਵੇਂ ਰਾਜਿਆਂ ਦੇ ਵਿੱਚ ਕੋਈ ਵੰਡਾਂ 'ਚੋਂ ਨਾਰਾਜ਼ਗੀਆਂ ਹੋ ਜਾਂਦੀਆਂ, ਉਹ ਆਪਣਾ ਪਿਛੋਕੜ ਜਗ੍ਹਾ ਛੱਡ ਕੇ ਉਹਨਾਂ ਨੇ ਇਹ ਮਨ ਬਣਾ ਲਿਆ ਹੋਇਆ ਸੀ ਵੀ ਅਸੀਂ ਖਾਲਸੇ ਸਿੰਘ ਸੱਜਣਾ। ਫਿਰ ਉਹਨਾਂ ਨੇ ਅਕਾਲ ਤਖਤ ਸਾਹਿਬ ਆ ਕੇ ਅੰਮ੍ਰਿਤ ਛਕਿਆ। ਫਿਰ ਉਹ ਕੌਰ ਸਿੰਘ ਤੇ ਗੌਰ ਸਿੰਘ ਦੋਨੇ ਭਰਾ ਜਿਹੜੇ ਆ, ਉਹ ਉਹਨਾਂ ਨੇ ਖਾਲਸੇ ਦਾ ਰੂਪ ਧਾਰਨ ਕੀਤਾ। ਫਿਰ ਉਹਨਾਂ ਨੇ ਜਾ ਕੇ ਲੁਧਿਆਣੇ ਜਗਰਾਉਂ ਦੇ ਨੇੜੇ ਜਿਹੜਾ ਪਿੰਡ ਹੈਗਾ ਕੌਂਕੇ, ਉੱਥੇ ਜਾ ਕੇ ਉਹਨਾਂ ਨੇ ਨਿਵਾਸ ਕੀਤਾ ਜੀ। ਫਿਰ ਕੌਂਕਿਆਂ ਤੋਂ ਬਾਅਦ ਸਰਦਾਰ ਗੌਰ ਸਿੰਘ ਤੇ ਸਰਦਾਰ ਕੌਰ ਸਿੰਘ, ਅਸੀਂ ਸਰਦਾਰ ਗੌਰ ਸਿੰਘ ਦੀ ਫੈਮਿਲੀ 'ਚੋਂ ਆ। ਸਰਦਾਰ ਗੌਰ ਸਿੰਘ ਦੇ ਬੇਟੇ ਸਰਦਾਰ ਨਿਹਾਲ ਸਿੰਘ ਸੀਗੇ। ਸਰਦਾਰ ਨਿਹਾਲ ਸਿੰਘ ਦੇ ਇੱਥੇ ਦੋਸਤ ਰਹਿੰਦੇ ਸੀਗੇ, ਰਾਣਗੜ੍ਹ ਪਿੰਡ ਸਰਦਾਰ ਸੀਗੇ ਪੁਰਾਣੇ, ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ ਹੋਇਆ ਤੇ ਉਹ ਉਹਨਾਂ ਨੂੰ ਮਿਲਣ ਅਕਸਰ ਆਉਂਦੇ ਹੁੰਦੇ ਸੀਗੇ। ਉਹ ਜਦੋਂ ਇੱਥੇ ਆਉਂਦੇ ਹੁੰਦੇ ਸੀਗੇ, ਇੱਕ ਵਾਰ ਦੀ ਗੱਲ ਹੈ, ਮਹਾਰਾਜਾ ਰਣਜੀਤ ਸਿੰਘ ਦਾ ਇੱਥੇ ਖਜ਼ਾਨਾ ਜਾ ਰਿਹਾ ਸੀ ਊਠਾਂ ਦੇ ਉੱਤੇ, ਤੇ ਸਰਦਾਰ ਨਿਹਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਜਾ ਕੇ ਉਹ ਸਾਰੇ ਦਾ ਸਾਰਾ ਖਜ਼ਾਨਾ ਲੁੱਟ ਲਿਆ। ਖਜ਼ਾਨਾ ਲੁੱਟ ਲਿਆ ਤੇ ਲਾਹੌਰ ਦੇ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਹਲਚਲ ਪੈਦਾ ਹੋ ਗਈ ਵੀ ਮਹਾਰਾਜਾ ਰਣਜੀਤ ਸਿੰਘ ਦਾ ਖਜ਼ਾਨਾ ਜਿਹੜਾ ਕਿਸੇ ਨੇ ਲੁੱਟ ਲਿਆ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਰਾਣਗੜ੍ਹ ਦੇ ਜਿਹੜੇ ਸਰਦਾਰ ਸੀ ਉਹਨਾਂ ਨੂੰ ਸੱਦਿਆ। ਉਦੋਂ ਜਦੋਂ ਵੀ ਕੋਈ ਵਾਰਦਾਤ ਗੱਲਬਾਤ ਹੋ ਜਾਂਦੀ ਸੀ, ਉਸ ਏਰੀਏ ਦੇ ਹੈੱਡ ਨੂੰ ਸੱਦਦੇ ਹੁੰਦੇ ਸੀਗੇ। ਉਹਨਾਂ ਨੇ ਕਿਹਾ ਵੀ ਤੁਹਾਡੇ ਇਲਾਕੇ ਦੇ ਵਿੱਚ ਸਾਡੇ ਨਾਲ ਬੜੀ ਤਗੜੀ ਵਾਰਦਾਤ ਹੋ ਗਈ ਆ, ਸਾਡੇ ਖਜ਼ਾਨੇ ਜਿਹੜੇ ਕੋਈ ਲਗਾਨ ਆ ਰਹੇ ਸੀਗੇ ਉਹ ਸਾਰੇ ਲੁੱਟੇ ਗਏ ਆ, ਤੇ ਤੁਸੀਂ ਸਾਨੂੰ ਜਿਹਨੇ ਲੁੱਟਿਆ ਉਹਨੂੰ ਪੇਸ਼ ਕਰਾਓ। ਉਹਨਾਂ ਕਿਹਾ ਜੀ ਅੱਛਾ ਜੀ, ਪੇਸ਼ ਤੇ ਤੁਹਾਨੂੰ ਕਰਾ ਦਿੰਦੇ ਆ, ਪਰ ਤੁਹਾਨੂੰ ਪ੍ਰੋਮਿਸ ਕਰਨਾ ਪਊਗਾ ਵੀ ਜੇ ਉਹ ਆ ਜਾਣਗੇ ਤੇ ਤੁਸੀਂ ਉਹਨਾਂ ਨੂੰ ਕੁਛ ਵੀ ਕਹੋਗੇ ਨਹੀਂ। ਉਹਨਾਂ ਨੇ ਉਹਨਾਂ ਨੂੰ ਪ੍ਰੋਮਿਸ ਦੇਤਾ। ਉਹਨਾਂ ਨੇ ਆ ਕੇ ਜਦੋਂ ਸਰਦਾਰ ਨਿਹਾਲ ਸਿੰਘ ਨਾਲ ਗੱਲ ਕੀਤੀ, ਸਰਦਾਰ ਨਿਹਾਲ ਸਿੰਘ ਨੇ ਕਿਹਾ ਵੀ ਤੁਹਾਡਾ ਚਲੋ ਮੇਰਾ ਜਾਣਾ ਤੇ ਨਹੀਂ ਸੀ ਬਣਦਾ, ਮੈਂ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਪੇਸ਼ ਹੋਣ ਨੂੰ ਜਾਂ ਹਾਜ਼ਰ ਹੋਣ ਨੂੰ ਇਹ ਕਾਂਡ ਨਹੀਂ ਸੀ ਕੀਤਾ, ਇਹ ਤੇ ਸਿੰਘਾਂ ਦਾ ਕੰਮ ਆ, ਕਰਮ ਆ। ਚਲੋ ਜੇ ਤੁਸੀਂ ਜ਼ੁਬਾਨ ਦੇ ਆਏ ਜੇ ਤੇ ਉਹਦੇ ਲਈ ਸਾਡਾ ਸਿਰ ਵੀ ਹਾਜ਼ਰ ਹੈ। ਫਿਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਫਾਦਰ ਸਰਦਾਰ ਨਿਹਾਲ ਸਿੰਘ ਉੱਥੇ ਪਹੁੰਚ ਗਏ ਜੀ। ਜਦੋਂ ਸਰਦਾਰ ਨਿਹਾਲ ਸਿੰਘ ਉੱਥੇ ਗਏ ਆ, ਉਹਨਾਂ ਨੇ ਵੱਡੀ ਡਿਓੜੀ ਦਾ ਛੋਟਾ ਜਿਹੜੀ ਖਿੜਕੀ ਹੁੰਦੀ ਆ ਉਹ ਖੋਲੀ, ਜਿਹਦੇ ਵਿੱਚੋਂ ਬੰਦਾ ਨਿਊ ਕੇ ਲੰਘਦਾ। ਉਹਨਾਂ ਨੇ ਪਹਿਲਾਂ ਆਪਣੇ ਪੈਰ ਉੱਥੇ ਕੱਢੇ, ਫਿਰ ਉਹਨਾਂ ਨੇ ਆਪਣਾ ਸਿਰ ਅੱਗੇ ਕੀਤਾ, ਉਹਨਾਂ ਨੇ ਆਪਣਾ ਸੀਸ ਨਹੀਂ ਨਵਾਇਆ। ਮਹਾਰਾਜਾ ਰਣਜੀਤ ਸਿੰਘ ਵੇਖ ਕੇ ਬੜੇ ਖੁਸ਼ ਹੋਏ ਵੀ ਇਹ ਵਾਕਿਆ ਹੀ ਕੋਈ ਯੋਧਾ ਇਨਸਾਨ ਹੈ। ਜਦੋਂ ਉਹਨਾਂ ਨੇ ਉਹਨਾਂ ਨੂੰ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ, ਉਹਨਾਂ ਨੇ ਵੀ ਜਵਾਬ ਫਤਿਹ ਦਾ ਫਤਿਹ 'ਚ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਪਹਿਲਾਂ ਹੀ ਸਵਾਲ ਇਹ ਕੀਤਾ, ਸਰਦਾਰ ਸਾਹਿਬ ਤੁਸੀਂ ਸਾਡਾ ਖਜ਼ਾਨਾ ਲੁੱਟਿਆ ਆ, ਤੁਹਾਨੂੰ ਪਤਾ ਨਹੀਂ ਸੀ ਇਹ ਕਿਹਦਾ ਖਜ਼ਾਨਾ ਹੈ? ਤੇ ਸਰਦਾਰ ਨਿਹਾਲ ਸਿੰਘ ਨੇ ਕਿਹਾ ਬਿਲਕੁਲ ਜਨਾਬ, ਪਤਾ ਸੀਗਾ ਇਹ ਜਨਾਬ ਦਾ ਖਜ਼ਾਨਾ ਹੈ। ਕਹਿੰਦੇ ਫਿਰ ਵੀ ਤੁਸੀਂ ਲੁੱਟਿਆ?
ਕਹਿੰਦੇ ਮਹਾਰਾਜਾ ਸਾਹਿਬ ਸਿੰਘ ਕਿਹਨੂੰ ਕਹਿੰਦੇ ਆ? ਉਹ ਕਹਿੰਦੇ ਸ਼ੇਰਾਂ ਨੂੰ। ਤੇ ਕਹਿੰਦੇ ਜਦੋਂ ਭੁੱਖੇ ਸ਼ੇਰ ਹੁਣ ਉਹਨਾਂ ਦਾ ਕੰਮ ਮਾਰ ਧਾੜ ਕਰਨਾ ਹੁੰਦਾ ਹੈ, ਤੇ ਕਹਿੰਦੇ ਵੀ ਇਸ ਕਰਕੇ ਅਸੀਂ ਖਜ਼ਾਨਾ ਲੋੜ ਸੀਗੀ ਅਸੀਂ ਲੁੱਟ ਲਿਆ। ਉਹ ਲਾਜਵਾਬ ਹੋ ਗਏ ਮਹਾਰਾਜਾ ਰਣਜੀਤ ਸਿੰਘ। ਫਿਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਬੜੇ ਖੁਸ਼ ਹੋਏ। ਉਹਨਾਂ ਨੇ ਉਹਨਾਂ ਨੂੰ ਆਫਰ ਦਿੱਤੀ ਵੀ ਤੁਸੀਂ ਸਾਡੀ ਆਰਮੀ ਦੇ ਵਿੱਚ ਆ ਜਾਓ। ਉਹ ਕਹਿੰਦੇ ਮੈਂ ਤੁਹਾਨੂੰ ਵਿਚਾਰ ਕਰਕੇ ਦੱਸੂਗਾ ਜੀ। ਫਿਰ ਉਹ ਉੱਥੋਂ ਵਾਪਸ ਆ ਗਏ। ਫਿਰ ਉਹਨਾਂ ਨੇ ਸਲਾਹ ਕੀਤੀ। ਫਿਰ ਸਰਦਾਰ ਜਿਹੜੇ ਰਾਨਗੜ੍ਹ ਦੇ ਸੀ ਉਹਨਾਂ ਵੀ ਕਿਹਾ ਵੀ ਤੁਹਾਨੂੰ ਇੰਨਾ ਮਾਣ ਬਖਸ਼ਦੇ ਆ ਤੇ ਤੁਸੀਂ ਜ਼ਰੂਰ ਜਾ ਕੇ ਉਹਨਾਂ ਦੀ ਫੌਜ ਨੂੰ ਜੁਆਇਨ ਕਰੋ। ਤੇ ਫਿਰ ਸਰਦਾਰ ਨਿਹਾਲ ਸਿੰਘ ਨੇ ਉਹਨਾਂ ਦੀ ਆਰਮੀ ਨੂੰ ਜੁਆਇਨ ਕਰ ਲਿਆ। ਸਟਾਰਟਿੰਗ ਦੇ ਉੱਤੇ ਉਹਨਾਂ ਨੂੰ ਡਿਊਟੀ ਅਫਸਰ ਰੱਖਿਆ। ਡਿਊਟੀ ਅਫਸਰ ਤੁਸੀਂ ਇਹ ਕਹਿ ਸਕਦੇ ਜੇ ਵੀ ਸਾਰੇ ਆਲ ਅਰਾਊਂਡ ਸਿਕਿਉਰਿਟੀ ਇੰਚਾਰਜ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉਹ ਤਰੱਕੀ ਕਰਦੇ ਕਰਦੇ ਕਾਫੀ ਵੱਡੇ ਅਹੁਦਿਆਂ ਤੱਕ ਗਏ। ਫਿਰ ਇਤਿਹਾਸ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਬਹੁਤ ਜ਼ਿਆਦਾ ਬਿਮਾਰ ਹੋ ਗਏ। ਬਿਮਾਰ ਇੱਥੋਂ ਤੱਕ ਹੋ ਗਏ ਕਿ ਉਹਨਾਂ ਦੇ ਕੋਈ ਬਚਣ ਦੀ ਉਮੀਦ ਨਹੀਂ ਸੀ ਰਹੀ। ਈਵਨ ਇਹ ਨਹੀਂ, ਉਦੋਂ ਵੀ ਡਾਕਟਰੀ ਇਲਾਜ ਬਹੁਤ ਤਕੜਾ ਸੀ। ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪਰਸਨਲ ਡਾਕਟਰ ਸੀ ਉਹ ਫ੍ਰੈਂਚ ਸੀਗੇ, ਫਰਾਂਸ ਦੇ ਡਾਕਟਰ ਸੀ, ਹਕੀਮ ਵੀ ਸੀਗੇ। ਉਹਨਾਂ ਕਿਹਾ ਵੀ ਇਸ ਟਾਈਮ ਤੁਹਾਡੇ ਲਈ ਬਿਹਤਰ ਇਹ ਆ ਮਹਾਰਾਜਾ ਸਾਹਿਬ, ਤੁਹਾਨੂੰ ਸ਼ਹਿਰ ਤੋਂ ਬਾਹਰ ਬਿਲਕੁਲ ਫਰੈਸ਼ ਏਰੀਏ ਦੇ ਵਿੱਚ ਜਿੱਥੇ ਹਵਾ ਆਉਂਦੀ ਜਾਂਦੀ ਹੋਵੇ ਉੱਥੇ ਭੇਜ ਦਈਏ। ਫਿਰ ਉਹਨਾਂ ਨੇ ਜੀ ਬਹੁਤ ਜਲਦੀ ਨਾਲ ਇੱਕ ਛੋਟਾ ਜਿਹਾ ਬੁਰਜ ਕੰਸਟਰਕਟ ਕੀਤਾ। ਬੁਰਜ ਕਹਿੰਦੇ ਗੋਲ ਇਮਾਰਤ ਨੂੰ। ਉਹ ਕੋਈ ਮਹੀਨੇ 'ਚ ਕੰਸਟਰਕਟ ਕੀਤਾ। ਇੱਥੋਂ 7 ਕਿਲੋਮੀਟਰ ਦੂਰ ਪਿੰਡ ਵਣੀਏ ਕੀ ਹੈ, ਉੱਥੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੂਵ ਕਰ ਦਿੱਤਾ। ਸਰਦਾਰ ਨਿਹਾਲ ਸਿੰਘ ਜਿਹੜੇ ਸੀਗੇ ਉਹ ਆਪਣਾ ਮੱਥਾ ਟੇਕਣ ਗਏ ਅੰਮ੍ਰਿਤਸਰ ਸਾਹਿਬ। ਉੱਥੇ ਜਾ ਕੇ ਉਹਨਾਂ ਦੁੱਖ ਭੰਜਨ ਬੇਰ ਥੱਲੇ ਇਸ਼ਨਾਨ ਕੀਤਾ। ਮਹਾਰਾਜ ਦੇ ਮੱਥਾ ਟੇਕ ਕੇ ਅਰਦਾਸ ਕਰਕੇ ਸਿੱਧੇ ਵਣੀਏ ਕੀ ਆਏ। ਵਣੀਆਂ ਕੀ ਆ ਕੇ ਉਹਨਾਂ ਨੇ ਦੁਬਾਰਾ ਮਹਾਰਾਜਾ ਰਣਜੀਤ ਸਿੰਘ ਦੀਆਂ 7 ਪ੍ਰਕਰਮਾਂ ਕੀਤੀਆਂ ਪਲੰਘ ਦੇ ਉੱਤੇ ਲੰਮੇ ਪਿਆ ਹੋਇਆਂ ਦੀਆਂ। ਮਹਾਰਾਜਾ ਰਣਜੀਤ ਸਿੰਘ ਇੱਕ ਹਿਸਾਬ ਦੇ ਉਸ ਟਾਈਮ ਕੌਮਾਂ ਵਿੱਚ ਗਏ ਹੋਏ ਸੀਗੇ। ਤੇ ਅਰਦਾਸ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਉਹਨਾਂ ਕਿਹਾ ਵੀ ਹੇ ਮਹਾਰਾਜ ਅਕਾਲ ਪੁਰਖ, ਇਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਕੌਮ ਨੂੰ ਬਹੁਤ ਜ਼ਰੂਰਤ ਆ। ਮੇਰੀ ਜੇ ਕੋਈ ਜ਼ਿੰਦਗੀ ਬਕਾਇਆ ਇਹਨਾਂ ਨੂੰ ਲੱਗ ਜੇ, ਇਹਨਾਂ ਦੀ ਬਿਮਾਰੀ ਮੈਨੂੰ ਲੱਗ ਜੇ। ਇਤਿਹਾਸ ਮੁਤਾਬਕ ਉਸੇ ਤਰ੍ਹਾਂ ਹੀ ਹੋਇਆ ਜੀ। ਮਹਾਰਾਜਾ ਰਣਜੀਤ ਸਿੰਘ ਜਿਹੜੇ ਆ 7ਵੇਂ ਦਿਨ ਬਿਲਕੁਲ ਮੰਜੇ ਤੋਂ ਉੱਠ ਕੇ ਬੈਠ ਗਏ। ਤੇ ਜਿਹੜੇ ਸਰਦਾਰ ਨਿਹਾਲ ਸਿੰਘ ਸੀ ਉਹ ਹੌਲੀ 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 ਬਿਮਾਰ ਪੈ ਗਏ। 7ਵੇਂ ਦਿਨ ਉਹ ਸੁਰਗਵਾਸ ਹੋ ਗਏ। ਮਹਾਰਾਜਾ ਰਣਜੀਤ ਸਿੰਘ ਬਿਲਕੁਲ ਠੀਕ ਠਾਕ ਹੋ ਗਏ। ਫਿਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਨੂੰ, ਛੋਟੀ ਉਮਰ ਹੀ ਸੀ ਇਹਨਾਂ ਦੀ, ਇਹਨਾਂ ਨੂੰ ਉਹਨਾਂ ਨੇ ਆਰਮੀ ਦੇ ਵਿੱਚ ਰੱਖ ਲਿਆ ਜੀ। ਫਿਰ ਇਹਨਾਂ ਨੇ ਆਰਮੀ ਦੇ ਵਿੱਚ ਫੌਜ ਦੇ ਵਿੱਚ ਬੜੀਆਂ ਉਪਲਬਧੀਆਂ ਨੇ। ਇਹਨਾਂ ਨੇ ਬਹੁਤ ਜੰਗਾਂ ਕੀਤੀਆਂ। ਸਾਰੇ ਦਾ ਸਾਰਾ ਕਸ਼ਮੀਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਉਹਨਾਂ ਨੇ ਫਤਿਹ ਕੀਤਾ ਸੀ। ਇੱਥੋਂ ਤੱਕ ਕਿ ਲੇਹ ਲਦਾਖ ਵੀ ਜਿਹੜਾ ਸਿੱਖ ਰਾਜ ਦੇ ਵਿੱਚ ਇਹਨਾਂ ਨੇ ਸ਼ਾਮਲ ਕਰ ਲਿਆ ਆ ਸੀਗਾ ਜੀ। ਫਿਰ ਉਸ ਤੋਂ ਬਾਅਦ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਾਫੀ ਕਈ ਚੀਜ਼ਾਂ ਦੇ ਵਿੱਚ ਜਿਹੜੇ ਡੋਗਰੇ ਸੀਗੇ ਉਹ ਖਰਾਬੀਆਂ ਕਰਨ ਲੱਗ ਪਏ, ਉਹ ਗਦਾਰੀਆਂ ਕਰਨ ਲੱਗ ਪਏ। ਫਿਰ ਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਸੀਗੇ ਕੰਵਰ ਨੌ ਨਿਹਾਲ ਸਿੰਘ ਖੜਕ ਸਿੰਘ ਦੇ ਬੇਟੇ, ਉਹਨਾਂ ਦਾ ਰਿਸ਼ਤਾ ਸਰਦਾਰ ਸ਼ਾਮ ਸਿੰਘ ਦੀ ਬੇਟੀ ਦੇ ਨਾਲ ਤੈਅ ਹੋਇਆ। ਉਹ ਜਿਹੜਾ ਵਿਆਹ ਆ ਜੀ, ਤੁਸੀਂ ਜੇ ਕਿਤੇ ਈਵਨ ਗੂਗਲ ਦੇ ਵਿੱਚ ਸਰਚ ਕਰਕੇ ਦੇਖੋ, ਇੰਡੀਆ ਦੇ ਸਭ ਤੋਂ ਵੱਡੇ ਵਿਆਹਾਂ ਦੇ ਵਿੱਚੋਂ ਨੰਬਰ 1 ਦਾ ਵਿਆਹ ਉਸ ਟਾਈਮ ਉਹ ਹੋਇਆ ਸੀ। ਉਸ ਵਿਆਹ ਦੇ ਵਿੱਚ ਬਹੁਤ ਹੀ ਦੂਰੋਂ ਦੂਰੋਂ ਸਾਈਡਾਂ ਕੰਟਰੀਆਂ ਤੋਂ, ਈਰਾਨ, ਅਫਗਾਨਿਸਤਾਨ, ਈਵਨ ਭਾਵੇਂ ਅਫਗਾਨਿਸਤਾਨ ਨਾਲ ਵਾਰ ਵੀ ਚੱਲਦੀ ਸੀ, ਬਹੁਤ ਦੂਰੋਂ ਦੂਰੋਂ ਰਾਜਾਂ 'ਚੋਂ ਵੀ ਆਏ ਸੀ। ਤੇ ਇਹ ਸਾਰਾ ਜਿਹੜਾ ਇਲਾਕਾ ਆ ਇਹ ਇੱਕ ਸਮਝ ਲਓ ਵੀ ਵਿਆਹ ਦੀ ਤਿਆਰੀ ਦੇ ਵਿੱਚ ਹੀ ਸ਼ਿੰਗਾਰਿਆ ਗਿਆ ਸੀਗਾ। ਅਟਾਰੀ ਦੇ ਵਿੱਚ ਉਸ ਟਾਈਮ 5 ਤਲਾਅ ਇਹਨਾਂ ਨੇ ਬਣਾਏ, ਕਾਫੀ ਵੱਡੇ ਸਰੋਵਰ ਕਹਿ ਦਿਓ ਜਿਨ੍ਹਾਂ ਨੂੰ। ਉਹ ਇਸ ਲਈ ਵੀ ਫੌਜਾਂ ਵੀ ਆਉਣੀਆਂ ਆ, ਘੋੜੇ ਵੀ ਆਉਣੇ ਆ, ਘੋੜਿਆਂ ਦੇ ਪਾਣੀ ਲਈ, ਫਿਰ ਜਿਹੜੇ ਬਰਾਤੀ ਆਉਣੇ ਉਹਨਾਂ ਦੇ ਇਸ਼ਨਾਨ ਲਈ, ਇਹ ਸਭ ਤਿਆਰੀਆਂ ਕੀਤੀਆਂ ਗਈਆਂ। ਕਹਿੰਦਾ ਮਤਲਬ ਹੈ ਕਿ ਉਹ ਬਰਾਤ ਇੱਥੇ ਆ ਕੇ ਉਤਰੀ ਸੀ ਤੇ ਇੱਥੇ ਸਵਾਗਤ ਕੀਤਾ ਗਿਆ ਸੀ। ਸੋ ਵਿਆਹ ਜਿਹੜਾ ਕੰਵਰ ਨੌ ਨਿਹਾਲ ਸਿੰਘ ਦਾ ਇੱਥੇ ਹੋਇਆ ਸੀ, ਇਸ ਪਿੰਡ ਦੇ ਵਿੱਚ, ਇਸੇ ਘਰ 'ਚ ਹੋਇਆ ਸੀਗਾ ਜੀ ਅਟਾਰੀ। ਸੋ
ਉਸ ਦੌਰਾਨ ਜੇਕਰ ਗੱਲ ਕੀਤੀ 7 ਮੰਜ਼ਲੀ ਪਹਿਲਾਂ ਅਟਾਰੀ ਸੀ, ਉਸ ਤੋਂ ਦੌਰਾਨ ਜਦੋਂ ਪੂਰੀ ਸ਼ਿੰਗਾਰੀ ਗਈ ਹੋਏਗੀ ਆਲੇ ਦੁਆਲੇ ਇਹਨਾਂ ਨੇ ਦੱਸਿਆ ਕਿ 5 ਜਿਹੜੇ ਤਲਾਬ ਬਣਾਏ ਗਏ ਸੀ, ਇਸੇ ਲਈ ਬਣਾਏ ਗਏ ਸੀ ਕਿਉਂਕਿ ਬਰਾਤ ਦੀ ਜਿਹੜਾ ਸਵਾਗਤ ਕਰਨਾ ਸੀ। ਬਰਾਤ ਬਹੁਤ ਵੱਡੀ ਸੀ, ਇਤਿਹਾਸ ਵਿੱਚ ਸਭ ਤੋਂ ਵੱਡੀ ਬਰਾਤ ਦਾ ਜ਼ਿਕਰ ਆਉਂਦਾ ਤੇ ਨਾਲ ਦੀ ਨਾਲ 7 ਮੰਜ਼ਲੀ ਜਿਹੜੀ ਇਸ ਅਟਾਰੀ ਦੇ ਉੱਪਰ ਜਦੋਂ ਬਰਾਤ ਆਉਂਦੀ ਹੈ ਤਾਂ ਇੱਥੇ ਜੇਕਰ ਕਮਰਿਆਂ ਦੀ ਗੱਲ ਕੀਤੀ ਜਾਵੇ ਇੱਥੇ ਕਮਰੇ ਕਿੰਨੇ ਕੁ ਬਣੇ ਹੋਣਗੇ? ਫਿਰ ਕਮਰੇ ਬਹੁਤ ਸੀਗੇ ਜੀ ਇੱਥੇ, ਕਮਰੇ ਕੋਈ 50 ਤੋਂ 60 ਰੂਮ ਤੇ ਹੈਗੇ ਹੀ ਸੀਗੇ ਜੀ। ਇਸ ਹਵੇਲੀ 'ਚ ਅਜੇ ਵੀ ਹੈਗੇ ਨੇ, ਮੌਜੂਦ ਨੇ। ਪਰ ਹੁਣ ਇਹ ਆ ਵੀ ਰਾਈਟ ਨਾਓ ਆਪਾਂ ਕਹੀਏ ਵੀ ਵੀ ਆਰ ਨਾਟ ਯੂਜ਼ਿੰਗ ਫॉर ਲਿਵਿੰਗ ਪਰਪਸਿਸ, ਕਿਉਂਕਿ ਹੁਣ ਇੰਨੇ ਨੂੰ ਤੁਸੀਂ ਬਿਲਕੁਲ ਐਗਜ਼ੈਕਟਲੀ ਮੇਨਟੇਨ ਕਰਨਾ ਔਖਾ ਆ। ਪਰ ਉਦੋਂ ਤੇ ਇਹ ਛੱਡ ਕੇ ਨਾਲ ਇੱਕ ਹੋਰ ਵੱਡੀ ਹਵੇਲੀ ਸੀ, ਉਹਦੇ ਵਿੱਚ ਵੀ ਕਾਫੀ ਕਮਰੇ ਸੀਗੇ ਜੀ। ਕਮਰਿਆਂ ਦੀ ਤੇ ਕੋਈ ਕਮੀ ਨਹੀਂ ਸੀਗੀ। ਉਦੋਂ ਜਿਹੜੀ ਬਰਾਤ ਆਈ ਸੀ, ਇੱਕ ਪਾਸੇ ਲਾਹੌਰ ਤੋਂ ਚੱਲੀ ਹੋਈ ਸੀ ਬਰਾਤ, ਦੂਜੇ ਪਾਸੇ ਅਟਾਰੀ ਪਹੁੰਚੀ ਹੋਈ ਸੀ। ਇਹ ਜਿਹੜੇ ਸਰੋਵਰ ਵੀ ਬਣੇ ਸੀ ਨਾ, ਆਲਮੋਸਟ 4-5 ਕਿਲੋਮੀਟਰ ਦੇ ਰੇਡੀਅਸ 'ਚ ਬਣਾਏ ਹੋਏ ਸੀਗੇ ਵੀ ਇੰਨੀ ਦੂਰ ਤੱਕ ਠਹਿਰਾਵ ਸੀਗਾ ਜੀ। ਸੋ ਇਸ ਦੌਰਾਨ ਜੇਕਰ ਖੂਹ ਦੀ ਗੱਲ ਕੀਤੀ ਜਾਵੇ ਕਹਿ ਦਿੰਦਾ ਕਿ ਲਾਗੇ ਇੱਕ ਬਹੁਤ ਵੱਡਾ ਖੂਹ ਵੀ ਬਣਿਆ ਹੋਇਆ। ਨਹੀਂ, ਖੂਹ ਤੇ ਇੱਥੇ ਲਾਗੇ ਬਣੇ ਹੋਏ ਆ ਜੀ ਆਪਣੇ ਪਿੰਡ 'ਚ। ਇੱਥੇ 4-5 ਖੂਹ ਸੀ, ਇਹ ਬਹੁਤ ਵੱਡੇ ਖੂਹ ਹੁੰਦੇ ਸੀ। ਇਹਨਾਂ ਨੂੰ ਉਦੋਂ ਅਸਮਾਨੀ ਖੂਹ ਕਹਿੰਦੇ ਹੁੰਦੇ ਸੀ, ਮਤਲਬ ਇੱਕ ਤੇ ਖੂਹੀਆਂ ਹੁੰਦੀਆਂ, ਇਹ ਖੂਹ ਸੀਗੇ ਜੀ। ਇਹ ਤਕਰੀਬਨ ਖੂਹਾਂ ਦੀ ਡੂੰਘਾਈ ਜਿਹੜੀ ਸੀਗੀ, ਜਿੱਥੋਂ ਤੱਕ ਮਤਲਬ ਫਾਊਂਡੇਸ਼ਨ ਚੱਕ ਕੇ ਲਿਆਉਂਦੇ ਸੀ, ਮੇਰੇ ਖਿਆਲ 'ਚ ਫਰੋਮ ਦਾ ਗਰਾਊਂਡ ਲੈਵਲ ਇਹ 100 ਫੁੱਟ ਡੀਪ ਸੀਗੇ ਜੀ। ਕੀ ਬਾਤ ਹੈ। ਸੋ ਉਸ ਦੌਰਾਨ ਜੇਕਰ ਆ ਹੁਣ ਕਿੰਨੀ ਮੰਜ਼ਲੀ ਰਹਿ ਗਈ ਹੈ ਅਟਾਰੀ? ਇਹ ਸਟਿਲ ਤੁਸੀਂ 4-5ਵੀਂ ਮੰਜ਼ਿਲ ਤੇ ਹੈਗੇ ਹੋ। ਸੋ ਹੁਣ ਇੱਕ ਕਾਰੀਗਰਾਂ ਦੀ ਗੱਲ ਕਰ ਲੈਂਦੇ, ਅਸੀਂ ਦਰਵਾਜ਼ੇ ਦੇਖ ਰਿਹਾ ਸੀ, ਮੀਨਾਕਾਰੀ ਦੇਖ ਰਿਹਾ ਸੀ, ਭਾਵੇਂ ਕਿ 230 ਸਾਲ ਪੁਰਾਣੀ ਹੋ ਗਈ ਹੈ ਪਰ ਅੱਜ ਵੀ ਇਹਨਾਂ ਦੀ ਮੀਨਾਕਾਰੀ ਉਹ ਝਲਕਦੀ ਨਜ਼ਰ ਆ ਰਹੀ ਹੈ ਸਾਨੂੰ। ਪੁਰਾਣੇ ਦਰਵਾਜ਼ੇ ਵੀ ਸਾਨੂੰ ਸਾਫ਼ ਨਜ਼ਰ ਆਉਂਦੇ ਨੇ ਕਿਸ ਤਰ੍ਹਾਂ ਬਣਾਏ ਗਏ ਸੀ। ਵੈਸੇ ਵੱਡਪਨ ਤੁਹਾਡਾ ਕਿ ਦਰਵਾਜ਼ੇ ਹਾਲੇ ਵੀ ਪਏ ਹੋਏ ਨੇ, ਕੁਝ ਦਰਵਾਜ਼ੇ ਹੈ, ਕੁਝ ਨਵੇਂ ਜਿਹੜੇ ਲਗਾ ਦਿੱਤੇ ਗਏ ਨੇ। ਕਾਰੀਗਰ ਕਿੱਥੋਂ ਆਏ ਸੀਗੇ? ਦੇਖੋ ਜੀ, ਜਿੰਨੇ ਵੀ ਸਭ ਤੋਂ ਬਿਹਤਰੀਨ ਕਾਰੀਗਰ ਹੁੰਦੇ ਸੀ ਨਾ ਪਹਿਲਾਂ, ਮੁਸਲਮਾਨ ਆਰਕੀਟੈਕਟਸ ਹੀ ਹੁੰਦੇ ਸੀਗੇ ਜੀ, ਮੁਸਲਮਾਨ ਇੰਜੀਨੀਅਰਸ ਹੁੰਦੇ ਸੀਗੇ। ਇਹ ਸਾਰਾ ਬੇਸਿਕਲੀ ਕੰਸਟਰਕਸ਼ਨ ਉਹੋ ਹੀ ਕਰਦੇ ਹੁੰਦੇ ਸੀਗੇ ਸਾਰੇ। ਆ ਤੁਸੀਂ ਦੇਖ ਲਓ, ਇਹ ਜਿਹੜੀਆਂ ਦੀਵਾਰਾਂ ਬਣੀਆਂ ਹੋਈਆਂ ਨਾ, ਇਹਦੇ ਵਿੱਚ ਸਿਰਫ ਆਊਟਰ ਤੇ ਜਿਹੜੀ ਇਨਰ ਹੈ, ਇੱਕ ਜਿਹੜੀ ਈਟ ਹੈ ਉਹੋ ਹੀ ਚੂਨੇ ਦੀ ਲੱਗੀ ਹੋਈ ਹੈ। ਜਿਹੜਾ ਚੂਨਾ ਹੈ ਨਾ, ਇਹਦੀ ਲਾਈਫ 50 ਸਾਲ ਤੋਂ ਬਾਅਦ ਸਟਾਰਟ ਹੁੰਦੀ ਹੈ। ਇਹਦੀ 2000 ਸਾਲ ਤੱਕ ਲਾਈਫ ਹੈ ਚੂਨੇ ਦੀ। ਤੇ ਵਿੱਚ ਇਹਦੇ ਮਿੱਟੀ ਗਾਰ ਆਈ ਹੋਇਆ ਸਾਰਾ, ਸਿਰਫ ਇੱਕ ਬਾਹਰ ਦੀ ਹੋਈ ਜਿਹੜੀ ਹੈ ਦੀਵਾਰ ਹੈ। ਇਹ ਵੇਖੋ, ਉਦੋਂ ਇਹਨੂੰ ਪਤਾ ਨਹੀਂ ਕਈ ਚੀਜ਼ਾਂ ਰਲਾ ਕੇ ਬਣਾਉਂਦੇ ਹੁੰਦੇ ਸੀ ਬਹੁਤ ਮਿਹਨਤ ਨਾਲ, ਤੇ ਬਹੁਤ ਹੀ ਕੋਸਟਲੀ ਹੁੰਦਾ ਸੀਗਾ ਉਦੋਂ ਇਹ ਚੂਨਾ, ਜਿਹਦੇ ਨਾਲ ਇਹ ਬਿਲਡਿੰਗਾਂ ਬਣਦੀਆਂ ਹੁੰਦੀਆਂ ਸੀਗੀਆਂ। ਤੇ ਆਰਕੀਟੈਕਟ ਇੰਜੀਨੀਅਰ ਸਾਰੇ ਜਿਹੜੇ ਮੁਸਲਮਾਨ ਹੀ ਇਹਨੂੰ ਸਾਰੇ ਤਿਆਰ ਕਰਦੇ ਹੁੰਦੇ ਸੀਗੇ। ਸ਼ਾਮ ਸਿੰਘ ਅਟਾਰੀ ਵਾਲੀ ਹੁਣੇ ਇੱਥੇ ਕਿੰਨਾ ਕੁ ਸਮਾਂ ਗੁਜ਼ਾਰਦੇ ਨੇ ਤੇ ਉਸ ਤੋਂ ਬਾਅਦ ਮਹਾਰਾਣੀ ਜਿੰਦਾ ਕੌਰ ਜੋ ਚਿੱਠੀ ਲਿਖਦੇ ਨੇ, ਉਹ ਵੀ ਚਿੱਠੀ ਇੱਥੇ ਆਉਂਦੀ ਹੈ? ਹਾਂਜੀ, ਅਟਾਰੀ ਆਈ ਸੀ। ਮਹਾਰਾਜਾ ਰਣਜੀਤ ਸਿੰਘ ਦੀ ਤਕਰੀਬਨ ਉਹਨਾਂ ਦੇ ਹੁੰਦੇ ਹੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਘਰ ਆ ਗਏ ਹੋਏ ਸੀਗੇ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਏ ਨੇ, ਉਸ ਤੋਂ ਬਾਅਦ ਕਾਫੀ ਲਾਹੌਰ ਰਾਜ ਦੇ ਵਿੱਚ ਬਹੁਤ ਕੁਝ ਹੋਣ ਲੱਗ ਪਿਆ ਸੀਗਾ। ਫਿਰ ਅੰਗਰੇਜ਼ਾਂ ਨੇ ਇੱਥੇ ਹਮਲਾ ਕਰਨ ਦਾ ਪੂਰਾ ਪਲਾਨ ਕਰ ਲਿਆ ਸੀਗਾ। ਫਿਰ ਮਹਾਰਾਣੀ ਜਿੰਦਾ ਨੇ ਜਦੋਂ ਦੇਖਿਆ ਵੀ ਇਸ ਟਾਈਮ ਹੁਣ ਕੋਈ ਵੀ ਸਾਡੇ ਕੋਲ ਆਗੂ ਨਹੀਂ ਰਹਿ ਗਿਆ, ਉਹਨਾਂ ਨੇ ਸਰਦਾਰ ਸਾਹਿਬ ਨੂੰ ਯਾਦ ਕੀਤਾ, ਲੈਟਰ ਲਿਖੀ। ਉਹ ਲੈਟਰ ਜਦੋਂ ਉਹਨਾਂ ਕੋਲ ਇੱਥੇ ਆਈ, ਉਸ ਟਾਈਮ ਉਹਨਾਂ ਦੀ ਏਜ 68 ਸਾਲ ਦੀ ਸੀ। ਪਰ ਫਿਰ ਵੀ ਉਹ ਆਪਣੀ 68 ਸਾਲ ਦੀ ਏਜ ਦੇ ਵਿੱਚ ਵੀ ਰੋਜ਼ਾਨਾ ਕਸਰਤ, ਹਰ ਚੀਜ਼, ਐਕਸਰਸਾਈਜ਼, ਤੇ ਇਹਨਾਂ ਦੀਆਂ ਆਪਣੀਆਂ ਫੌਜਾਂ ਵੀ ਰੱਖੀਆਂ ਹੁੰਦੀਆਂ ਸੀਗੀਆਂ। ਇਹ ਲਾਹੌਰ ਪਹੁੰਚ ਕੇ ਜਦੋਂ ਲਾਹੌਰ ਗਏ, ਦਰਬਾਰ ਦੇ ਵਿੱਚ ਸਾਰੀ ਇਹਨਾਂ ਨੇ ਗੱਲਬਾਤ ਸੁਣੀ। ਇਹਨਾਂ ਨੂੰ ਪਤਾ ਲੱਗਾ ਸਾਡੀ ਸਿੱਖਾਂ ਦੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਅੰਗਰੇਜ਼ਾਂ ਦੇ ਨਾਲ ਸੰਧੀ ਹੋਈ ਸੀ, ਟ੍ਰੀਟੀ। ਸੰਧੀ ਇਹ ਹੋਈ ਸੀ, ਅੰਗਰੇਜ਼ ਇਹਨਾਂ ਤੋਂ, ਮਹਾਰਾਜਾ ਰਣਜੀਤ ਸਿੰਘ ਤੋਂ ਬਹੁਤ ਡਰਦੇ ਸੀਗੇ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਵੀ ਆਪਾਂ ਆਪਸ ਦੇ ਵਿੱਚ ਕੰਪਰੋਮਾਈਜ਼ ਕਰੀਏ, ਅਸੀਂ ਤੁਹਾਡੇ ਇਲਾਕਿਆਂ 'ਚ ਨਹੀਂ ਹਮਲਾ ਕਰਾਂਗੇ, ਤੁਸੀਂ ਸਾਡਿਆਂ 'ਚ ਨਹੀਂ ਕਰਨਾ। ਉਹ ਸਤਲੁਜ ਦੇ ਕੰਢੇ ਦੇ ਉੱਤੇ ਜਾ ਕੇ ਸਮਝੌਤਾ ਹੋਇਆ ਸੀਗਾ, ਲਿਖਤੀ ਦੇ ਵਿੱਚ ਹੋਇਆ। ਫਿਰ ਜਦੋਂ ਸਾਰੀ ਆਰਮੀ ਗਈ, ਅੰਡਰ ਕਮਾਂਡ ਮਹਾਰਾਜਾ ਰਣਜੀਤ ਸਿੰਘ ਜਿੰਨੀ ਇਹਨਾਂ ਦੇ ਅੰਡਰ ਕਮਾਂਡ ਸੀ, ਉਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਨੇ ਕੀਤੀ ਸੀਗੀ। ਇਹ ਕਮਾਂਡਰ ਸੀਗੇ ਆਰਮੀ ਦੇ।
ਤੇ ਬੜੀ ਪੂਰੀ ਫੌਜ ਗਈ ਆ ਉੱਥੇ ਬਹਿ ਕੇ, ਫਿਰ ਇਹਨਾਂ ਦੀ ਲਿਖਤ ਪੜ੍ਹਤ ਹੋਈ ਆ। ਉਸ ਦਰਬਾਰ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਨੇ ਸਾਰੇ ਜਿੰਨੇ ਸਰਦਾਰ ਬੈਠੇ ਸੀ ਉਹਨਾਂ ਨੂੰ ਕਿਹਾ ਵੀ ਦੇਖੋ ਇਸ ਟਾਈਮ ਸਿੱਖ ਰਾਜ ਲੜਾਈ ਕਰਨ ਦੇ ਯੋਗ ਨਹੀਂ ਹੈਗਾ, ਸਾਡੇ ਹਿੱਤ ਵਿੱਚ ਇਹੋ ਹੀ ਗੱਲ ਹੈ, ਅਸੀਂ ਅੰਗਰੇਜ਼ਾਂ ਨੂੰ ਜ਼ੋਰ ਪਾਈਏ, ਇਹ ਜਿਹੜਾ ਸਮਝੌਤਾ ਟਰੀਟੀ ਹੋਈ ਆ ਇਹਨੂੰ ਲਾਗੂ ਕਰੋ। ਫਿਰ ਵਿੱਚ ਕੋਈ ਸ਼ੈਤਾਨ ਬੰਦੇ ਬੈਠੇ ਸੀ, ਉਹ ਕਹਿੰਦੇ ਫਿਰ ਸਰਦਾਰ ਸਾਹਿਬ ਆਪਾਂ ਹੁਣ ਸਿੱਧੇ ਕਹੀਏ ਵੀ ਆਪਾਂ ਹੁਣ ਬਜ਼ੁਰਗ ਹੋ ਗਏ ਆ ਤੇ ਆਪਾਂ ਡਰ ਗਏ ਆ। ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਦਰਬਾਰ ਦੇ ਵਿੱਚ ਇੰਨੀ ਗੱਲ ਹੋਈ, ਮਹਾਰਾਜ ਆਪ ਤੇ ਹਾਜ਼ਰ ਨਹੀਂ ਸੀਗੇ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਉੱਠੇ, ਉਹਨਾਂ ਨੇ ਅਰਦਾਸ ਕੀਤੀ ਉੱਥੇ। ਅਰਦਾਸ ਕਰਕੇ ਉਹਨਾਂ ਨੇ ਕਿਹਾ ਜਾਂ ਤੇ ਮੈਂ ਜੰਗ ਜਿੱਤ ਕੇ ਆਊਂਗਾ, ਨਹੀਂ ਤੇ ਮੈਂ ਵਾਪਸ ਨਹੀਂ ਆਊਂਗਾ। ਇਹ ਫਿਰ ਜੀ ਕਹਿੰਦੇ ਸਾਰੀ ਇਹਨਾਂ ਨੇ ਦਰਬਾਰ 'ਚ ਕਿਹਾ ਦੇਖੋ ਜੋ ਸਿੱਖ ਰਾਜ ਦੇ ਹਿੱਤ 'ਚ ਸੀ ਮੈਂ ਅੱਜ ਉਹ ਕਹਿ ਦਿੱਤਾ, ਹੁਣ ਅਗਲਾ ਕੰਮ ਆ ਮੇਰਾ ਇੱਕ ਖੂਨ ਦਾ ਤੁਬਕਾ ਵੀ ਇਸ ਰਾਜ ਲਈ ਹਾਜ਼ਰ ਹੈ। ਫਿਰ ਇਹਨਾਂ ਨੇ ਜੀ ਬਹੁਤ ਤਕੜਾ ਸਭਰਾਵਾਂ ਜਾ ਕੇ ਹਮਲਾ ਬੋਲਿਆ ਖਾਲਸਿਆਂ ਨੇ। ਜਦੋਂ ਉਹ ਲੜਾਈ ਹੋਈ ਹੈ ਜੀ, ਇਹਨਾਂ ਨੇ ਉਹ ਅੰਗਰੇਜ਼ਾਂ ਦੀ ਤਬਾਹੀ ਮਚਾਈ ਆ ਵੀ ਅੰਗਰੇਜ਼ ਉੱਥੋਂ ਛੱਡ ਕੇ ਭੱਜ ਕੇ ਡਰ ਕੇ ਉਹ ਜਾ ਕੇ ਛਾਉਣੀਆਂ 'ਚ ਬਹਿ ਗਏ। ਜਿਹੜੇ ਹੁਣ ਗਦਾਰ ਸੀ ਉਹਨਾਂ ਨੇ ਦਵਾ-ਦਵ ਉਹਨਾਂ ਨਾਲ ਕੰਟੈਕਟ ਕੀਤੇ, ਕਹਿੰਦੇ ਤੁਸੀਂ ਕਿਹਾ ਵੀ ਸਿੱਖ ਤੇ ਕਮਜ਼ੋਰ ਬੜੇ ਆ, ਇਹਨਾਂ ਦੇ ਸਾਡਾ ਰਹਿਣ ਕੱਖ ਨਹੀਂ ਦਿੱਤਾ। ਉਹਨਾਂ ਨੇ ਕਿਹਾ ਵੀ ਤੁਸੀਂ ਇੱਦਾਂ ਨਹੀਂ, ਅਸੀਂ ਹੁਣ ਇਹਨਾਂ ਦੀ ਸਪਲਾਈ ਸਾਰੀ ਕੱਟਤੀ ਆ ਗੋਲੀ ਸਿੱਕੇ ਐਮੂਨੇਸ਼ਨ ਦੀ। ਫਿਰ ਜਦੋਂ ਉਹਨਾਂ ਨੂੰ ਇੰਨੇ ਮੈਸੇਜ ਪਹੁੰਚੇ ਉਹ ਫਿਰ ਵਾਪਸ ਆਏ। ਫਿਰ ਜਦੋਂ ਵਾਪਸ ਆਏ ਉਹਨਾਂ ਨੇ ਬਹੁਤ ਲੜਾਈ ਹੋਈ, ਇਹਨਾਂ ਨੇ ਸਰੋਂ ਦੀਆਂ ਬੋਰੀਆਂ ਭੇਜਤੀਆਂ ਜਿੰਨਾ ਬਰੂਦ ਉਹਦੀ ਜਗ੍ਹਾ ਤੇ ਅਖੀਰ ਫਿਰ ਖਾਲਸੇ ਜਿਹੜੇ ਆ ਆਪਣੀ ਗਦਾਰੀ ਦੇ ਕਰਕੇ ਉਹਦੇ ਵਿੱਚ ਆ ਤੇਜਾ ਸਿੰਘ, ਲਾਲ ਸਿੰਘ, ਇਹ ਪਹਾੜਾ ਸਿੰਘ, ਇਹ ਸਾਰੇ ਜਣੇ ਸੀਗੇ, ਇਹਨਾਂ ਨੇ ਬਹੁਤ ਤਗੜੇ ਹੋ ਕੇ ਅੰਗਰੇਜ਼ਾਂ ਦਾ ਸਾਥ ਦਿੱਤਾ। ਉਹਦੇ ਵਿੱਚ ਫਿਰ ਇਹ ਜੰਗ ਜਿਹੜੀ ਆ ਇਹ ਅਸੀਂ ਹਾਰ ਗਏ। ਬਿਲਕੁਲ ਜੀ, ਤਾਂ ਹੀ ਕਿਹਾ ਜਾਂਦਾ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਜੀ ਉਹ ਅੱਜ ਵੀ ਅਸੀਂ ਪੜ੍ਹਦੇ ਹਾਂ ਤਾਂ ਸਾਰੇ ਵਿੱਚ ਉਹਨੇ ਬਰੀਕੀ ਦੇ ਨਾਲ ਲਿਖਿਆ ਕਿ ਕਿਸ ਤਰ੍ਹਾਂ ਇਹਨਾਂ ਦੀ ਗਦਾਰੀ ਦੇ ਕਰਕੇ, ਡੋਗਰਿਆਂ ਦੀ ਗਦਾਰੀ ਦੇ ਕਰਕੇ ਤੇ ਨਾਲ ਦੀ ਨਾਲ ਲਾਲ ਸਿੰਘ, ਤੇਜਾ ਸਿੰਘ, ਪਾੜਾ ਸਿੰਘ ਦੀ ਗਦਾਰੀ ਕਰਕੇ ਜਿਹੜਾ ਅਸੀਂ ਇਸ ਜਿਹੜਾ ਸਿੱਖ ਰਾਜ ਹੈ ਇਸ ਨੂੰ ਜਿਹੜਾ ਜਿੱਤਣ ਦਾ ਨਹੀਂ ਮਨਸੂਬਾ ਇਹਨਾਂ ਦਾ ਕਾਮਯਾਬ ਹੁੰਦਾ। ਪਰ ਫਿਰ ਵੀ ਜਿਸ ਤਰ੍ਹਾਂ ਇਹਨਾਂ ਦਾ ਕਾਮਯਾਬੀ ਬਹੁਤ ਇਹਨਾਂ ਨੇ ਹਾਸਲ ਕੀਤੀ ਹੈ, ਨਾਲ ਦੀ ਨਾਲ ਬੜੇ ਤੇਜ਼ ਤੀਰ ਅੰਦਾਜ਼ ਵੀ ਸਨ, ਘੋੜਸਵਾਰ ਸਨ, ਤਜਰਬਾ ਬੜਾ ਸ਼ਾਮ ਸਿੰਘ ਅਟਾਰੀ ਹੋਣਾ ਦੱਸੇ। ਬਿਲਕੁਲ ਜੀ ਬਿਲਕੁਲ, ਸਾਰੀ ਉਮਰ ਉਹਨਾਂ ਨੇ ਸਰਦਾਰ ਜਰਨੈਲ ਸ਼ਾਮ ਸਿੰਘ ਅਟਾਰੀ ਵਾਲੇ ਸਾਰੀ ਉਮਰ ਉਹਨਾਂ ਨੇ ਜੀ ਜੰਗਾਂ ਦੇ ਵਿੱਚ ਹੀ ਕੱਢੀ ਆ। ਉਹਨਾਂ ਵੱਡੇ ਤੋਂ ਵੱਡੇ ਕਿਲੇ ਫਤਿਹ ਕੀਤੇ ਆ ਜੀ, ਉਹਨਾਂ ਨੇ ਸਾਰੇ ਦਾ ਸਾਰਾ ਕਸ਼ਮੀਰ ਉਹਨਾਂ ਨੇ ਜਿੱਤਿਆ ਹੈ। ਇਸ ਕਰਕੇ ਜਦੋਂ ਜਿਹੜੀਆਂ ਤੁਹਾਨੂੰ ਪਤਾ ਆ ਫੌਜਾਂ ਹਰ ਵੇਲੇ ਉਹਦਾ ਨਾ ਕਿ ਅਭਿਆਸ 'ਚ ਰਹਿਣ, ਉਹਨਾਂ ਨੂੰ ਤਜਰਬਾ ਜ਼ਿਆਦਾ ਹੁੰਦਾ ਹੈ ਜੀ। ਬਿਲਕੁਲ, ਤੇ ਇਸ ਦੇ ਨਾਲ ਹੁਣ ਅਸੀਂ ਗੱਲ ਕਰ ਲੈਂਦੇ ਹਾਂ, ਤੁਸੀਂ ਇਸ ਕੋਠੀ ਨੂੰ, ਇਸ ਹਵੇਲੀ ਨੂੰ ਦੁਬਾਰਾ ਬੜਾ ਸੋਹਣੇ ਤਰੀਕੇ ਨਾਲ ਤਿਆਰ ਕਰ ਰਹੇ ਸੀ। ਨੀਚੇ ਦੇਖ ਰਹੇ ਸੀ ਬੈਡਰੂਮ ਬਣੇ ਹੋਏ ਨੇ ਔਰ ਤੁਸੀਂ ਬਹੁਤ ਵਧੀਆ ਵਾਸ਼ਰੂਮ ਬਣਾਤੇ ਨੇ, ਕਿਚਨ ਬਣੀ ਹੋਈ ਹੈ। ਇਸ ਨੂੰ ਇਸੇ ਤਰ੍ਹਾਂ ਤਿਆਰ ਕੀਤਾ ਜਾਏਗਾ ਜਾਂ ਫਿਰ ਇੱਕ ਜਿਹੜੇ ਆਮ ਤੌਰ ਤੇ ਅੱਜ ਵਾਲੇ ਘਰ ਦੇਖੇ ਜਾ ਰਹੇ, ਕੋਠੀਆਂ ਦੇਖੀਆਂ ਜਾ ਰਹੀਆਂ ਨੇ, ਉਹ ਕੋਠੀ ਬਣ ਕੇ ਤਿਆਰ ਹੋਏਗੀ? ਨਹੀਂ ਜੀ ਦੇਖੋ, ਮੈਂ ਐਕਚੁਅਲੀ ਤੁਹਾਨੂੰ ਦੱਸਦਾ, ਜੋ ਇਹ ਪਹਿਲਾਂ ਹਵੇਲੀ ਸੀ ਉੱਦਾਂ ਦੇ ਅਸੀਂ ਰੱਖੀ ਹੋਈ ਨਹੀਂ ਗੀ, ਉੱਦਾਂ ਦੇ ਰਹਿ ਹੀ ਨਹੀਂ ਸਕਦੀ। ਪਰ ਫਿਰ ਵੀ ਅਸੀਂ ਆਪਣੀ ਕੋਸ਼ਿਸ਼ ਪੂਰੀ ਕਰ ਰਹੇ ਹਾਂ। ਬੇਸਿਕਲੀ ਤੇ ਇਹਦਾ ਸਟਰਕਚਰ ਜਿਹੜਾ ਆ ਉਹ ਅਸੀਂ ਤਿਆਰ ਕੀਤਾ ਹੋਇਆ ਆ। ਛੱਤਾਂ ਦੇ ਉੱਤੇ ਲੈਂਟਰ ਵਗੈਰਾ ਪਾ ਦਿੱਤੇ ਹੋਏ ਆ ਵੀ ਬਾਰਿਸ਼ਾਂ ਬੂਰਸ਼ਾਂ ਕਰਕੇ ਪਾਣੀ ਨਿਕਲਦਾ ਰਵੇ, ਡਿੱਗੇ ਨਾ। ਤੇ ਜਿਹੜੇ ਏਰੀਏ 'ਚ ਅਸੀਂ ਰਹਿ ਰਹੇ ਹਾਂ ਥਾਂ 'ਚ, ਉਹਨੂੰ ਅਸੀਂ ਨਵੇਂ ਤਰੀਕੇ ਨਾਲ ਡਿਵੈਲਪ ਕੀਤਾ ਹੋਇਆ ਆ। ਉਹਦੇ ਵਿੱਚ ਇਹ ਆ ਵੀ ਅਸੀਂ ਜਿਵੇਂ ਐਜ਼ ਮਾਡਰਨਾਈਜ਼ ਉੱਦਾਂ ਸਾਰਾ ਬਿਲਡਅਪ ਕੀਤਾ ਹੋਇਆ ਹੈ। ਬਾਕੀ ਸਟਿਲ ਇਹ ਜਿਹੜਾ ਘਰ ਆ ਜੇ 50-60 ਸਾਲ ਤੇ ਨਹੀਂ ਜਾਂਦਾ ਜੀ। ਜੀ, ਜੇਕਰ ਗੱਲ ਕੀਤੀ ਜਾਵੇ ਹੁਣ ਤੁਸੀਂ ਕਹਿ ਰਹੇ ਕਿ ਅਸੀਂ ਆਪਣੇ ਤਰੀਕੇ ਨਾਲ ਨਵਾਂ ਤਿਆਰ ਕਰ ਰਹੇ ਹਾਂ, ਇਹ ਵੀ ਹੋ ਸਕਦਾ ਕਿ ਇਸ ਨੂੰ ਇਸੇ ਤਰ੍ਹਾਂ ਦੁਬਾਰਾ ਇਸੇ ਜਿੱਦਾਂ ਦਾ ਇਹਦਾ ਨਕਸ਼ਾ ਸੀ ਇਸੇ ਨਕਸ਼ੇ ਨੂੰ ਦੁਬਾਰਾ ਖੜਾ ਕਰ ਦਿੱਤਾ ਜਾਵੇ। ਇੱਕ ਤਾਂ ਸ਼ਾਮ ਸਿੰਘ ਅਟਾਰੀ ਵਾਲੇ ਉਹਨਾਂ ਦੀ ਉਹ ਯਾਦ ਤਾਜ਼ਾ ਰਹੂਗੀ ਤੇ ਦੂਜਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਦਾ ਮਾਣ ਮਹਿਸੂਸ ਕਰਨਗੀਆਂ ਕਿ ਅਸੀਂ ਉਹਨਾਂ ਦੀ ਪੀੜ੍ਹੀ 'ਚੋਂ ਸੀ। ਨਹੀਂ ਜ਼ਰੂਰ ਜੀ, ਉਹ ਤਾਂ ਸਾਡੀ ਕੋਸ਼ਿਸ਼ ਹੋਊਗੀ। ਮੈਂ ਉੱਦਾਂ ਤੁਹਾਨੂੰ ਦੱਸਦਾ, ਜਿਹੜਾ ਅਸੀਂ ਨਵਾਂ ਬਣਾਇਆ ਹੈ ਨਾ ਉਹਨੂੰ ਅਸੀਂ ਸਾਈਡ 'ਤੇ ਬਣਾ ਕੇ ਅਟੈਚ ਕੀਤਾ, ਇਹਨੂੰ ਐਜ਼ ਇਟ ਇਜ਼ ਹੀ ਰੱਖਿਆ ਹੋਇਆ ਆ। ਪਰ ਫਿਰ ਵੀ ਇਹ ਤੁਸੀਂ ਵੇਖ ਸਕਦੇ ਜੇ, ਜਿਵੇਂ ਹੁਣ ਰਾਜਸਥਾਨ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਹੈ, ਉੱਥੇ ਟੂਰਿਜ਼ਮ ਡਿਪਾਰਟਮੈਂਟ ਨੇ ਅੰਡਰਟੇਕ ਕਰ ਲਏ ਹੋਏ ਆ ਸਾਰੇ।
ਖੈਰ ਸਾਡੇ ਵੱਲੋਂ ਵੀ ਜੇ ਕੋਈ ਟੂਰਿਜ਼ਮ ਆਫ ਪੰਜਾਬ ਅੰਡਰਟੇਕ ਕਰ ਲੈਂਦਾ, ਸਾਨੂੰ ਉਹਨਾਂ ਨੂੰ ਗਿਫਟ ਕਰਨ 'ਚ ਕੋਈ ਹਰਜ ਨਹੀਂ ਸੀ। ਪਰ ਇਹੋ ਜਿਹਾ ਕੋਈ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਅਜੇ ਤੱਕ ਕੋਈ ਵੀ ਸਾਨੂੰ ਕਿਸੇ ਨੇ ਅਪਰੋਚ ਹੀ ਨਹੀਂ ਕੀਤਾ ਜੀ। ਜੇ ਕੀਤਾ ਹੁੰਦਾ ਜ਼ਰੂਰ ਅਸੀਂ ਉਹਨਾਂ ਨੂੰ ਬਿਲਡਿੰਗ ਹੀ ਦੇ ਦਿੰਦੇ ਵੀ ਇਹਨੂੰ ਸਾਂਭੋ। ਜਿਹੜੀਆਂ ਕੋਈ ਸਾਡੇ ਸਿੱਖ ਇਤਿਹਾਸ ਦੀਆਂ ਬਿਲਡਿੰਗਾਂ ਤਕੜੀਆਂ ਰਹਿੰਦੀਆਂ ਉੱਦਾਂ ਹੀ ਰਹਿੰਦੀਆਂ, ਪਰ ਸਟਿਲ ਜਿੰਨਾ ਕੁ ਅਸੀਂ ਕਰ ਸਕਦੇ ਸੀ ਜੀ, ਵੀ ਆਰ ਡੂਇੰਗ ਆਵਰ ਬੈਸਟ। ਵੈਸੇ ਕਹਿਣਾ ਤਾਂ ਨਹੀਂ ਕਿ ਸਰਕਾਰ ਤੇ ਕਦੇ ਅਸੀਂ ਆਸ ਨਹੀਂ ਲਗਾ ਸਕਦੇ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਅਸੀਂ ਡੇਲੀ ਪੋਸਟ ਪੰਜਾਬੀ ਨੂੰ ਇਸੇ ਤਰ੍ਹਾਂ ਬਿਲਡਿੰਗਾਂ ਦਿਖਾ ਚੁੱਕੇ ਹਾਂ ਜਿਹੜਾ ਇਤਿਹਾਸ ਬਿਆਨ ਕਰਦੀਆਂ ਨੇ ਆਪਣਾ। ਜੇਕਰ ਗੱਲ ਕੀਤੀ ਜਾਵੇ ਦੀਵਾਨ ਟੋਡਰਮਲ ਹੁਣਾਂ ਦੀ ਹਵੇਲੀ, ਜਹਾਜੀ ਹਵੇਲੀ, ਉਹ ਵੀ ਖੰਡਰ ਬਣ ਗਈ ਹੈ। ਇਸ ਨਾਲ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਬਾਅਦ ਹੁਣ ਚਾਹੇ ਉਹਨੂੰ ਦੁਬਾਰਾ ਤੋਂ ਸ਼ੁਰੂ ਕਰਵਾ ਦਿੱਤਾ ਗਿਆ ਹੈ, ਪਰ ਇਸ ਦੇ ਨਾਲ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਹਵੇਲੀਆਂ ਕਵਰ ਕੀਤੀਆਂ, ਮਹਾਰਾਜਾ ਰਣਜੀਤ ਸਿੰਘ ਦੀਆਂ, ਮਹਾਰਾਣੀ ਸਦਾ ਕੌਰ ਦੇ ਘਰ ਦੀਆਂ, ਜਿੱਥੇ ਬਰਾਤ ਜਿਹੜੀ ਉੱਥੇ ਉਹਨਾਂ ਦੀ ਆਉਂਦੀ, ਮਹਾਰਾਜਾ ਰਣਜੀਤ ਸਿੰਘ ਹੁਣਾਂ ਦੀ। ਬੜੀਆਂ ਵਧੀਆ ਚੀਜ਼ਾਂ ਸੀ ਜਿਹੜੀਆਂ ਅਸੀਂ ਬਟਾਲਾ ਸ਼ਹਿਰ ਤੋਂ ਕਵਰ ਕਰਕੇ ਲੋਕਾਂ ਤੱਕ ਪਹੁੰਚਾਈਆਂ ਨੇ, ਪਰ ਬਹੁਤ ਦੁੱਖ ਹੁੰਦਾ ਕਿ ਸਰਕਾਰ ਇਹਨਾਂ ਨੂੰ ਅਣਗਹਿਲੀ ਕਰ ਦਿੰਦੀ ਹੈ, ਅਣਗੌਲਿਆਂ ਕਰ ਦਿੰਦੀ ਹੈ। ਤੇ ਇਹ ਜਿਹੜੀਆਂ ਇੰਨੀਆਂ ਸ਼ਾਨਦਾਰ ਚੀਜ਼ਾਂ ਨੇ, ਸਾਡਾ ਇਤਿਹਾਸ ਬਿਆਨ ਕਰਦੀਆਂ ਨੇ, ਉਹ ਕਿਤੇ ਕਿਤਾਬਾਂ ਵਿੱਚ ਹੀ ਬਸ ਰਹਿ ਜਾਣਗੀਆਂ। ਮੈਨੂੰ ਲੱਗਦਾ ਨਹੀਂ ਕਦੇ ਸਾਨੂੰ ਦੇਖਣ ਨੂੰ, ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਦੇਖਣ ਨੂੰ ਮਿਲਣਗੀਆਂ। ਚਲੋ ਦੇਖੋ ਜੀ, ਮੈਂ ਸਟਿਲ ਤੁਹਾਡੇ ਚੈਨਲ ਦੀ ਬੜੀ ਪ੍ਰੇਜ਼ ਕਰਦਾ ਆ। ਤੁਸੀਂ ਇਤਿਹਾਸ ਨੂੰ ਤੁਸੀਂ ਉਜਾਗਰ ਕਰ ਰਹੇ ਜੇ। ਅੱਜ ਦੀ ਜਿਹੜੀ ਸਭ ਤੋਂ ਵੱਡੀ ਲੋੜ ਹੈ ਜੀ, ਸਾਡੀ ਜਿਹੜੀ ਯੂਥ ਹੈ ਨਾ, ਸਾਡੀ ਯੂਥ ਨੂੰ ਸਾਡੇ ਇਤਿਹਾਸ ਬਾਰੇ ਕੁਝ ਵੀ ਨਹੀਂ ਪਤਾ ਹੈਗਾ। ਬਾਕੀ ਜਿਵੇਂ ਤੁਹਾਡੇ ਵਰਗੇ ਕੋਈ ਚੰਗੇ ਚੈਨਲ, ਹੋਰ ਸਾਡੇ ਪੱਤਰਕਾਰ ਭਰਾ, ਕੋਈ ਰਾਈਟਰਸ, ਮੇਰੇ ਖਿਆਲ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਤੇ ਹੈਵੀ ਹੋਇਆ ਆ ਇਲੈਕਟ੍ਰੋਨਿਕ ਮੀਡੀਆ। ਆਈਦਰ ਤੁਸੀਂ ਮਤਲਬ ਟੀਵੀ ਚੈਨਲਸ ਜੋ ਵੀ ਆ, ਇਹਨਾਂ ਚੀਜ਼ਾਂ ਦੇ ਉੱਤੇ ਇਤਿਹਾਸ ਬਾਰੇ ਦੁਹਰਾਓ। ਸਾਡੀ ਜਿਹੜੀ ਆਉਣ ਵਾਲੀ ਨਸਲ ਆ, ਉਹਨਾਂ ਨੂੰ ਪਤਾ ਲੱਗੇ ਵੀ ਉਹ ਕਿੱਥੋਂ, ਉਹਨਾਂ ਦਾ ਮੁੱਢ ਕੀ ਆ, ਉਹਨਾਂ ਦਾ ਇਤਿਹਾਸ ਕੀ ਆ, ਜਿਹੜਾ ਕਿ ਸਾਡੇ 5% ਵੀ ਮੇਰੇ ਖਿਆਲ 'ਚ ਸਾਡੀ ਈਵਨ ਯੂਥ ਨੂੰ ਕੀ ਪਹਿਲਿਆਂ ਨੂੰ ਵੀ ਨਹੀਂ ਪਤਾ ਹੋਣਾ। ਸੋ ਇਹ ਬੜਾ ਚੰਗਾ ਤੁਹਾਡਾ ਉਪਰਾਲਾ ਆ ਜਿਹਦੇ ਨਾਲ ਆ ਤੁਸੀਂ ਕਰ ਰਹੇ ਜੇ। ਦੇਖੋ ਅੱਜ ਕੱਲ੍ਹ ਤੇ ਬਹੁਤਾ ਕੁਝ ਤੇ ਜੋ ਟੀਵੀ 'ਤੇ ਚੱਲਣ ਦਿਆ ਆ, ਬੇਸਿਕਲੀ ਤੇ ਅੱਜ ਕੱਲ੍ਹ ਦੇ ਬੱਚੇ ਵੀ ਸਭ ਕੁਝ ਜੋ ਵੀ ਆ ਤੁਹਾਡੇ ਮਿਊਜ਼ਿਕ ਇਹਨਾਂ ਚੀਜ਼ਾਂ ਦੇ ਪਿੱਛੇ ਹੀ ਪਏ ਹੋਏ ਆ। ਨਵੇਂ ਜਿਹੜੇ ਕਲਾਕਾਰ ਉੱਠਦੇ ਆ, ਪਰ ਇਤਿਹਾਸ ਤੋਂ ਬਹੁਤ ਪਿੱਛੇ ਚੱਲ ਗਏ ਜੀ। ਹੌਲੀ ਹੌਲੀ ਇਸ ਤਰ੍ਹਾਂ ਜਿਹੜਾ ਇਤਿਹਾਸ ਆ, ਇਹ ਤੇ ਸਾਡਾ ਗਵਾਚ ਹੀ ਜਾਏਗਾ ਨਾ। ਜਿਹੜਾ ਸਾਡਾ ਵਿਰਸਾ ਆ, ਜਿੰਨੀ ਦੇਰ ਬਾਰੇ ਇਹਦੇ ਬਾਰੇ ਕੋਈ ਚਾਨਣਾ ਨਾ ਪਾਊ, ਜਾਣਕਾਰੀ ਨਾ ਹੋਏਗੀ, ਉਨੀ ਦੇਰ ਕਿਵੇਂ ਇਹਦੇ ਬਾਰੇ ਅਸੀਂ ਜਾਣਾਂਗੇ। ਇਹ ਬੜਾ ਤੁਹਾਡਾ ਤਕੜਾ ਉਪਰਾਲਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸ ਨਾਲ ਤੁਹਾਡੇ ਪਰਿਵਾਰ ਦੀ ਗੱਲ ਕਰ ਲਈਏ, ਸੋ ਜਿੰਨੇ ਤੁਹਾਡੇ ਪਰਿਵਾਰਕ ਦੇ ਮੈਂਬਰ ਨੇ, ਤੁਹਾਡੇ ਬੱਚੇ ਨੇ, ਉਹ ਸ਼ਾਮ ਸਿੰਘ ਅਟਾਰੀ ਹੋਣ ਵਾਲੇ ਬਾਰੇ ਪੜ੍ਹਦੇ ਨੇ, ਨਿਹਾਲ ਸਿੰਘ ਹੋਣ ਵਾਲੇ ਪੜ੍ਹਦੇ ਨੇ? ਸਾਡੇ ਤੇ ਜੀ ਬਚਪਨ ਦੇ ਵਿੱਚ ਵੀ ਮੇਰੇ ਦਾਦੀ ਜੀ, ਅਸੀਂ ਵੀ ਆਪਣੇ ਬੱਚਿਆਂ ਨੂੰ ਕੱਲੀ ਕੱਲੀ ਸਟੋਰੀ ਸਭ ਕੁਝ ਦੱਸਦੇ ਆ ਜੀ। ਮੈਨੂੰ ਹੁਣ ਆਪਣੀਆਂ 9 ਪੁਸ਼ਤਾਂ ਤੱਕ ਪਤਾ ਹੈ ਜੀ। ਮੇਰੇ ਮਤਲਬ 9th ਫਾਦਰ ਦਾ ਕੀ ਨਾਂ ਸੀ, ਕਿੱਥੋਂ ਆਏ, ਇਤਿਹਾਸ ਹੋਣ ਕਰਕੇ ਸਾਨੂੰ ਸਾਰਾ ਜੀ ਇਹਦੇ ਬਾਰੇ ਪਤਾ ਹੈਗਾ। ਬੱਚਿਆਂ ਨੂੰ ਵੀ ਦੱਸਦੇ ਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਜਾਣਕਾਰੀ ਸਾਂਝਾ ਕਰਨ ਦੇ ਲਈ, ਸਾਡੇ ਨਾਲ ਸਮਾਂ ਬਿਤਾਉਣ ਦੇ ਲਈ। ਤੇ ਨਾਲੇ ਅਸੀਂ ਅੱਜ ਇੱਥੇ ਪਹੁੰਚੇ ਹਾਂ ਤੇ ਇਹਨਾਂ ਨੇ ਸਾਨੂੰ ਸਾਰਾ ਜਿਹੜਾ ਘਰ ਵੀ, ਇਹ ਹਵੇਲੀ ਜਿਹੜੀ ਹੈ ਦਿਖਾਈ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਥੈਂਕ ਯੂ ਮੈਮ, ਯੂ ਆਰ ਵੈਲਕਮ ਜੀ, ਯੂ ਆਰ ਵੈਲਕਮ ਜੀ। ਸੋ ਬਿਲਕੁਲ ਜੀ, ਸਨ ਸਾਡੇ ਨਾਲ ਹਰਪ੍ਰੀਤ ਸਿੰਘ ਸਿੱਧੂ, ਜਿਨ੍ਹਾਂ ਨੇ ਅੱਜ ਸਾਨੂੰ ਸਾਰੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਡੇਲੀ ਪੋਸਟ ਪੰਜਾਬੀ ਤੇ ਲਗਾਤਾਰ ਤੁਹਾਨੂੰ ਗਵਾਚਦੇ ਜਾਂਦੇ ਇਤਿਹਾਸ ਦੀਆਂ ਅਜਿਹੀਆਂ ਸ਼ਾਨਦਾਰ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ ਤੇ ਨਾਲ ਦੀ ਨਾਲ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ, ਤਾਂ ਕਿ ਤੁਹਾਡੇ ਮਨਾਂ ਦੇ ਵਿੱਚੋਂ, ਦਿਮਾਗ ਦੇ ਵਿੱਚੋਂ ਸਾਡਾ ਇਤਿਹਾਸ ਕਿਤੇ ਵਿਸਰ ਨਾ ਜਾਵੇ। ਹੁਣ ਤੁਹਾਡੇ ਤੋਂ ਲਵਾਂਗੇ ਆਗਿਆ। ਕੈਮਰਾਮੈਨ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ, ਸਤਿ ਸ਼੍ਰੀ ਅਕਾਲ।